ਅੱਗੇ ਤਾਂ ਸਾਰੇ ਇੱਥੇ ਬੈਠ ਕੇ ਮੀਟਿੰਗਾਂ ਕਰਦੇ ਸੀ, ਸੰਯੁਕਤ ਮੋਰਚੇ ਦੀਆਂ ਮੀਟਿੰਗਾਂ ਹੁੰਦੀਆਂ ਸੀ, ਪਰ ਹੁਣ ਉਹ ਵੀ ਹਫ਼ਤੇ ਬੱਧੀ ਹੋਣ ਲੱਗ ਗਈਆਂ ਨੇ। ਕਿਸਾਨ ਅੰਦੋਲਨ ਕਿੱਦਾਂ ਅੱਗੇ ਨਿਕਲੂਗਾ ਜੀ? ਕਿਸਾਨ ਜੇਲ੍ਹਾਂ ਤੋਂ ਬਾਹਰ ਨਹੀਂ ਆਉਂਦੇ ਉਹਨਾਂ ਚਿਰ ਲਈ ਅਸੀਂ ਸੋਚ ਰਹੇ ਹਾਂ ਕਿ ਕੋਈ ਪ੍ਰੋਗਰਾਮ ਅਜਿਹਾ ਨਾ ਦਿੱਤਾ ਜਾਵੇ। ਮਾਹਰ ਤਾਂ ਇਹ ਕਹਿੰਦੇ ਨੇ ਕਿ ਮਹਾਂ ਪੰਚਾਇਤਾਂ ਪਿੱਛੇ ਕਾਂਗਰਸ ਦਾ ਹੱਥ। ਅਗਰ ਇਹ ਮਹਾਂ ਪੰਚਾਇਤਾਂ ਨਾ ਹੁੰਦੀਆਂ ਤਾਂ ਹੋ ਸਕਦਾ ਜਿਵੇਂ ਯੂਪੀ ਦੇ ਵਿੱਚ ਬੀਜੇਪੀ ਦੀ ਲੀਡਰਸ਼ਿਪ ਨੂੰ ਲੋਕਾਂ ਨੇ ਭਜਾਉਣਾ ਸ਼ੁਰੂ ਕਰ ਲਿਆ, ਇਹ ਹਜੇ ਤੱਕ ਨਾ ਹੁੰਦਾ। ਇਹ ਨਾ ਮਹਾਂ ਪੰਚਾਇਤਾਂ ਦਾ ਸਿੱਟਾ ਹੈ। ਸਮੇਂ ਦੇ ਵਿੱਚ 32 ਕਿਸਾਨ ਜਥੇਬੰਦੀਆਂ ਕਿਸੇ ਪਾਰਟੀ ਨੂੰ ਸਮਰਥਨ ਦੇ ਸਕਦੀਆਂ ਨੇ, ਕਹਿਣ ਕਿ ਸਾਡੀ ਗੱਲ ਤੁਸੀਂ ਜਾ ਕੇ ਸੈਂਟਰ ਜਾਂ ਫਿਰ ਤੁਸੀਂ ਸਾਡੀ ਪੰਜਾਬ ਦੇ ਵਿੱਚ ਲਾਗੂ ਕਰਾਓ। ਕਿਸਾਨੀ ਅੰਦੋਲਨ ਜਿੱਤ ਅਤੇ ਹਾਰ ਦੇ ਵਿਚਕਾਰ ਖੜਾ ਹੈ। ਸਰਕਾਰ ਦੇ ਵੱਲੋਂ ਲਗਾਤਾਰ ਬਿਆਨਬਾਜ਼ੀ ਹੋ ਰਹੀ ਹੈ ਕਿ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ, ਸੋਧਾਂ ਦੇ ਉੱਪਰ ਜਦੋਂ ਮਰਜ਼ੀ ਸਾਡੇ ਨਾਲ ਵਿਚਾਰ ਚਰਚਾ ਕਰਨ ਦੇ ਲਈ ਤੁਸੀਂ ਆ ਸਕਦੇ ਹੋ। ਨਰਿੰਦਰ ਤੋਮਰ ਹੋਣਾ ਦਾ ਅੱਜ ਫਿਰ ਬਿਆਨ ਲੱਗਾ ਹੈ ਕਿ ਜਿਹੜੀ ਪ੍ਰਪੋਜ਼ਲ ਤੁਹਾਨੂੰ ਦਿੱਤੀ ਹੈ ਸਾਲ ਡੇਢ ਸਾਲ ਦੀ, ਉਸ ਦੇ ਉੱਪਰ ਵਿਚਾਰ ਕਰਨ ਦੇ ਲਈ ਤੁਸੀਂ ਜਦੋਂ ਮਰਜ਼ੀ ਅੱਗੇ ਆਓ, ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਹਾਂ। ਹੁਣ ਇਸ ਵਿਚਾਲੇ ਕਿਸਾਨ ਲੀਡਰਾਂ ਦੀ ਪਰਖ ਹੋਵੇਗੀ ਕਿ ਉਹ ਅੰਦੋਲਨ ਨੂੰ ਕਿਸ ਤਰੀਕੇ ਨਾਲ ਅੱਗੇ ਲੈ ਕੇ ਜਾਣਗੇ, ਕਿਉਂਕਿ ਚਰਚਾ ਇਹ ਵੀ ਚੱਲ ਰਹੀ ਹੈ ਕਿ ਹੁਣ ਸੂਬਿਆਂ ਦੇ ਵਿੱਚ ਜਾ ਕੇ ਕਿਸਾਨ ਲੀਡਰ ਆਪੋ ਆਪਣੇ ਕੱਦ ਵੱਡਾ ਕਰ ਰਹੇ ਨੇ। ਕਿਸਾਨ ਲੀਡਰ ਕੀ ਸਮਝਦੇ ਨੇ ਜਾਂ ਕੀ ਸੋਚਦੇ ਨੇ, ਅੰਦੋਲਨ ਕਿਸ ਤਰੀਕੇ ਨਾਲ ਅੱਗੇ ਜਾਵੇਗਾ, ਗੱਲਬਾਤ ਕਰਨ ਲਈ ਮੇਰੇ ਨਾਲ ਕਿਸਾਨਾਂ ਦੇ ਸੀਨੀਅਰ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ। ਡੱਲੇਵਾਲ ਸਾਹਿਬ, ਚਰਚਾ ਹੋਣ ਲੱਗ ਗਈ ਕਿ ਕਿਸਾਨ ਲੀਡਰ ਇੱਥੇ ਇਕੱਠੇ ਨਹੀਂ ਹੁੰਦੇ, ਅੱਗੇ ਤਾਂ ਸਾਰੇ ਇੱਥੇ ਬੈਠ ਕੇ ਮੀਟਿੰਗਾਂ ਕਰਦੇ ਸੀ, ਸੰਯੁਕਤ ਮੋਰਚੇ ਦੀਆਂ ਮੀਟਿੰਗਾਂ ਹੁੰਦੀਆਂ ਸੀ, ਪਰ ਹੁਣ ਉਹ ਵੀ ਹਫ਼ਤੇ ਬੱਧੀ ਹੋਣ ਲੱਗ ਗਈਆਂ ਨੇ। ਕਿਸਾਨ ਅੰਦੋਲਨ ਕਿੱਦਾਂ ਅੱਗੇ ਨਿਕਲੂਗਾ ਜੀ? ਮੇਰਾ ਖਿਆਲ ਹੈ ਇਹਨੂੰ ਐਂ ਸੋਚਣ ਦੀ ਲੋੜ ਨਹੀਂ ਹੈ ਕਿ ਮੀਟਿੰਗਾਂ ਨਹੀਂ ਹੁੰਦੀਆਂ ਜਾਂ ਮਤਲਬ ਅੰਦੋਲਨ ਮੱਧਮ ਪੈ ਗਿਆ ਹੋਊਗਾ। ਇਹਨੂੰ ਦੂਜਾ ਪੱਖ ਵੇਖਣ ਦੀ ਲੋੜ ਹੈ ਕਿ ਇਸ ਸਮੇਂ ਦੇ ਵਿੱਚ ਜਦੋਂ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਚੱਲ ਰਹੀ, ਦੂਜੇ ਪਾਸੇ ਹਜੇ ਤੱਕ ਅਸੀਂ ਕੋਈ ਪ੍ਰੋਗਰਾਮ, ਜਿੰਨਾ ਚਿਰ ਸਾਡਾ ਕਿਸਾਨ ਜੇਲ੍ਹਾਂ ਤੋਂ ਬਾਹਰ ਨਹੀਂ ਆਉਂਦੇ ਉਹਨਾਂ ਚਿਰ ਲਈ ਅਸੀਂ ਸੋਚ ਰਹੇ ਹਾਂ ਕਿ ਕੋਈ ਪ੍ਰੋਗਰਾਮ ਅਜਿਹਾ ਨਾ ਦਿੱਤਾ ਜਾਵੇ। ਔਰ ਉਧਰਲੇ ਪਾਸੇ ਸਾਡੀ ਲੀਗਲ ਟੀਮ ਹੈ, ਉਹ ਆਪਣਾ ਲਗਾਤਾਰ ਮਤਲਬ ਕੰਮ ਕਰ ਰਹੀ ਹੈ। ਰੋਜ਼ ਮਤਲਬ ਕਦੇ 8 ਮੁੰਡੇ, ਕਦੇ 7 ਮੁੰਡੇ, ਕਦੇ 10 ਮੁੰਡੇ ਜੇਲ੍ਹ ਚੋਂ ਬਾਹਰ ਆ ਰਹੇ ਨੇ। 50 ਦੇ ਕਰੀਬ ਮੁੰਡੇ ਬਾਹਰ ਆ ਚੁੱਕੇ ਆ। ਤਾਂ ਨਿਆ ਅਜਿਹੇ ਹਾਲਾਤਾਂ ਦੇ ਵਿੱਚ ਜੋ ਕੰਮ ਚੱਲਿਆ ਹੋਇਆ ਹੈ, ਇਹਨੂੰ ਇਸ ਐਂਗਲ ਤੋਂ ਨਹੀਂ ਮੰਨਣਾ ਚਾਹੀਦਾ ਕਿ ਇਹ ਕੋਈ ਮਤਲਬ ਜਥੇਬੰਦੀਆਂ ਕੋਈ ਪੋਲੀਟੀਕਲ ਗੇਮ ਖੇਡ ਰਹੀਆਂ ਹੋਣ। ਨਹੀਂ, ਇਹ ਇੱਕ ਤਰ੍ਹਾਂ ਦਾ ਸਮਾਂ ਹੈ ਕਿ ਅੱਜ ਅਗਰ ਇਹ ਮਹਾਂ ਪੰਚਾਇਤਾਂ ਨਾ ਹੁੰਦੀਆਂ ਤਾਂ ਮੇਰਾ ਖਿਆਲ ਹੈ ਰਾਜਸਥਾਨ ਹੋ ਸਕਦਾ ਹੈ ਹਜੇ ਤੱਕ ਟੋਲ ਪਲਾਜ਼ੇ ਬੰਦ ਨਾ ਕਰ ਸਕਦਾ। ਅਗਰ ਇਹ ਮਹਾਂ ਪੰਚਾਇਤਾਂ ਨਾ ਹੁੰਦੀਆਂ ਤਾਂ ਹੋ ਸਕਦਾ ਜਿਵੇਂ ਯੂਪੀ ਦੇ ਵਿੱਚ ਬੀਜੇਪੀ ਦੀ ਲੀਡਰਸ਼ਿਪ ਨੂੰ ਲੋਕਾਂ ਨੇ ਭਜਾਉਣਾ ਸ਼ੁਰੂ ਕਰ ਲਿਆ, ਇਹ ਹਜੇ ਤੱਕ ਨਾ ਹੁੰਦਾ। ਇਹ ਨਾ ਮਹਾਂ ਪੰਚਾਇਤਾਂ ਦਾ ਸਿੱਟਾ ਹੈ, ਉਹਦਾ ਰਿਜ਼ਲਟ ਹੈ। ਤੇ ਇਹਦਾ ਮਤਲਬ ਅੰਦੋਲਨ ਪਿੱਛੇ ਨਹੀਂ, ਅੰਦੋਲਨ ਗਾਂਹ ਨੂੰ ਜਾ ਰਿਹਾ ਹੈ, ਅੰਦੋਲਨ ਹੋਰਨਾਂ ਸਟੇਟਾਂ ਦੇ ਵਿੱਚ ਫੈਲ ਰਿਹਾ ਹੈ। ਤਾਂ ਫਾਇਦਾ ਹੀ ਅੱਜ ਉਸ ਗੱਲ ਦਾ ਹੈ ਕਿ ਇੱਥੇ ਜਿੰਨੇ ਅਸੀਂ ਬੈਠੇ ਹਾਂ, ਇੱਥੇ 10 ਆਗੂ ਬੋਲੇ ਤਾਂ ਵੀ ਉਹ ਗੱਲ ਹੈ, ਜੇ 5 ਆਗੂ ਬੋਲੇ ਤਾਂ ਵੀ ਉਹ ਗੱਲ ਹੈ। ਜਿੰਨਾ ਚਿਰ ਬਾਹਰਲਾ ਜਿਹੜਾ ਪ੍ਰੋਗਰਾਮ ਜਿਹੜਾ ਸਾਡਾ ਹੋ ਰਿਹਾ ਹੈ, ਉਹਦੇ ਨਾਲ ਸਾਨੂੰ ਅੰਦੋਲਨ ਫੈਲਾਉਣ ਦਾ, ਬਾਹਰਲੀਆਂ ਸਟੇਟਾਂ ਦੇ ਵਿੱਚ ਅੰਦੋਲਨ ਵਧਾਉਣ ਦਾ ਮੌਕਾ ਮਿਲ ਰਿਹਾ ਹੈ ਔਰ ਉਹ ਵਧੀਆ ਢੰਗ ਨਾਲ ਚੱਲ ਰਿਹਾ। ਮੈਨੂੰ ਲੱਗਦਾ ਵਾਹਿਗੁਰੂ ਉਹ ਸਾਨੂੰ ਸਹੀ ਦਿਸ਼ਾ ਦੇ ਰਿਹਾ ਹੈ, ਸਹੀ ਦਿਸ਼ਾ ਦੇ ਵਿੱਚ ਕੰਮ ਹੋ ਰਿਹਾ ਹੈ। ਅੰਦੋਲਨ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਅਸੀਂ ਕਾਲ ਦਿੰਦੇ ਹਾਂ, ਜਿਵੇਂ ਮੰਨ ਲਓ ਯੂਪੀ ਦੇ ਵਿੱਚ ਵੱਡੇ ਇਕੱਠ ਹੁੰਦੇ ਨੇ, ਸਰਕਾਰ ਹੁਣ ਤੱਕ ਇਹ ਕਹਿੰਦੀ ਰਹੀ ਹੈ, ਨਰਿੰਦਰ ਤੋਮਰ ਵੀ, ਸਾਰੇ ਇਹਨਾਂ ਦੇ ਮੰਤਰੀ ਬੋਲਦੇ ਰਹੇ ਹੈ ਕਿ ਮੁੱਠੀ ਭਰ ਲੋਕ ਨੇ। ਲੇਕਿਨ ਹੁਣ ਸਰਕਾਰ ਨੇ ਕੀ ਕਹਿਣਾ ਸ਼ੁਰੂ ਕਰਤਾ ਕਿ ਭੀੜਾਂ ਇਕੱਠੀਆਂ ਕਰਨ ਦੇ ਨਾਲ ਕਾਨੂੰਨ ਰੱਦ ਨਹੀਂ ਹੁੰਦੇ। ਇਹਦਾ ਮਤਲਬ ਹੁਣ ਭੀੜ ਦਿਸਣ ਲੱਗ ਪਈ ਹੈ। ਉਹ ਭੀੜ ਕਿੱਥੋਂ ਦਿਸਣੀ ਸ਼ੁਰੂ ਹੋਈ ਹੈ ਕਿ ਬਾਹਰਲੀਆਂ ਸਟੇਟਾਂ ਦੇ ਵਿੱਚ ਅਗਰ ਮਹਾਂ ਪੰਚਾਇਤਾਂ ਹੋਈਆਂ, ਭੀੜਾਂ ਹੋਈਆਂ, ਲੋਕਾਂ ਦਾ ਇਕੱਠ ਹੋਇਆ, ਆਪ ਮੁਹਾਰੇ ਇਕੱਠ ਹੋਇਆ, ਤਾਂ ਹੀ ਦਿਸਣ ਲੱਗਿਆ ਨਾ। ਸਿਆਸੀ ਮਾਹਰ ਤਾਂ ਇਹ ਕਹਿੰਦੇ ਨੇ ਕਿ ਮਹਾਂ ਪੰਚਾਇਤਾਂ ਪਿੱਛੇ ਕਾਂਗਰਸ ਦਾ ਹੱਥ ਹੈ। ਨਹੀਂ, ਸਿਆਸੀ ਮਾਹਰ ਚਾਹੇ ਕੁਝ ਵੀ ਕਹਿਣ, ਸਿਆਸੀ ਮਾਹਰ ਤਾਂ ਆਪਦੇ ਹੀ ਅਟਕਲ ਪੱਚੂ ਹੈ ਲਾਈ ਜਾਂਦੇ ਨੇ। ਪਰ ਸਾਡਾ ਕਿਸਾਨਾਂ ਦਾ ਜੇਕਰ ਉਹਨਾਂ ਦੇ ਇਸ ਪਿੱਛੇ ਸਿਆਸੀ ਮਾਹਰ ਤਾਂ ਇਹ ਵੀ ਕਹਿੰਦੇ ਰਹੇ ਨੇ ਕਿ ਇਹ ਅੰਦੋਲਨ ਨੂੰ ਬੀਜੇਪੀ ਜ਼ੋਰ ਲਾ ਕੇ ਕਹਿੰਦੀ ਰਹੀ ਹੈ ਇਹ ਸਾਰੀ, ਕਿ ਅੰਦੋਲਨ ਨੂੰ ਮਤਲਬ ਕਾਂਗਰਸ ਚਲਾ ਰਹੀ ਹੈ। ਤੁਹਾਡੇ ਸਾਹਮਣੇ ਹੈ ਜਿਹੜਾ ਕੁਝ ਹੋਇਆ ਹੈ। ਸਿਆਸੀ ਮਾਹਰਾਂ ਨੇ ਤਾਂ ਇੱਕ ਦਿਨ ਬੀਬੀ ਜਗੀਰ ਕੌਰ ਨੇ ਇਹ ਵੀ ਕਹਿਤਾ ਸੀ ਕਿ ਅਕਾਲੀ ਦਲ ਦਾ ਹੈ। ਸੁਖਬੀਰ ਬਾਦਲ ਨੇ ਵੀ ਇੱਕ ਦਿਨ ਕਹਿਤਾ ਸੀ ਵੀ ਅਕਾਲੀ ਦਲ ਦਾ ਹੈ। ਤਾਂ ਉਸ ਵੇਲੇ ਵੀ ਅਸੀਂ ਕਿਹਾ ਸੀ ਨਾ ਵੀ ਜੇ ਸਿਆਸੀ ਮਾਹਰਾਂ ਨੂੰ ਲੱਗਦਾ ਹੈ ਹਜੇ ਜਿਹੜੇ ਕਾਂਗਰਸ ਦੀ ਲੀਡਰਸ਼ਿਪ ਹੈ, ਸੀਨੀਅਰ ਲੀਡਰਸ਼ਿਪ ਲੋਕਾਂ ਨੇ ਧਰਨੇ 'ਚੋਂ ਭਜਾਈ ਹੈ, ਇਹ ਵੀ ਤੁਸੀਂ ਦੇਖਿਆ ਸਾਰੀ ਪ੍ਰੈਸ ਨੇ। ਸੋ ਕਿਤੇ ਵੀ ਮਤਲਬ ਐਸੀ ਨਹੀਂ ਹੈ ਗੱਲ ਕਿ ਮਤਲਬ ਕਾਂਗਰਸ ਇਕੱਠ ਕਰਵਾਊਗੀ ਜਾਂ ਕਾਂਗਰਸ ਇਕੱਠ ਕਰਵਾ ਰਹੀ ਹੈ। ਇਹ ਇਕੱਠ ਲੋਕਾਂ ਦੇ ਹੈ, ਲੋਕ ਆਪ ਮੁਹਾਰੇ ਕਰ ਰਹੇ ਨੇ, ਲੋਕਾਂ ਦੀ ਆਪਣੀ ਮਤਲਬ
ਭਾਵਨਾ ਜਾਗ ਚੁੱਕੀ ਹੈ ਇਸ ਅੰਦੋਲਨ ਪ੍ਰਤੀ। ਦਾ ਦੂਜਾ ਪੱਖ ਇਹ ਹੈ ਕਿ ਜੇ ਮਹਾ ਪੰਚਾਇਤਾਂ ਦੇ ਵਿੱਚ ਵੱਡੇ ਵੱਡੇ ਇਕੱਠ ਹੋ ਰਹੇ ਨੇ, ਇਹ ਕਿਸਾਨੀ ਅੰਦੋਲਨ ਦੀ ਇੱਕ ਹਿਸਾਬ ਨਾਲ ਜਿੱਤ ਹੈ। ਪਰ ਦੂਜਾ ਪੱਖ ਇਹ ਵੀ ਹੈ ਕਿ ਕਿਤੇ ਇਹ ਤਾਂ ਨਹੀਂ ਹੋ ਜਾਊਗਾ ਕਿ ਕਿਸਾਨ ਇੱਧਰ ਆਉਣ ਤੋਂ ਫਿਰ ਗੁਰੇਜ਼ ਕਰਨ ਕਿ ਕੋਈ ਗੱਲ ਨਹੀਂ, ਸਾਡੇ ਸ਼ਹਿਰਾਂ ਦੇ ਵਿੱਚ ਮਹਾ ਪੰਚਾਇਤਾਂ ਹੋ ਹੀ ਰਹੀਆਂ ਨੇ। ਨਹੀਂ, ਇਹ ਗੱਲ ਦਾ ਠੀਕ ਹੈ, ਥੋੜਾ ਬਹੁਤਾ ਮਤਲਬ ਇਸ ਗੱਲ ਦਾ ਅਸਰ ਹੁੰਦਾ ਹੈ। ਜਿਵੇਂ ਮੰਨ ਲਓ ਮੇਰੀ ਜਥੇਬੰਦੀ ਕਿਤੇ ਕੋਈ ਮਹਾ ਪੰਚਾਇਤ ਕਰਦੀ ਹੈ ਤਾਂ ਮੇਰੀ ਜਥੇਬੰਦੀ ਦੇ ਜਿਹੜੇ ਆਦਮੀ ਇੱਧਰ ਨੂੰ ਆਉਣੇ ਆ ਉਹ ਇੱਕਦਮ ਰੁਕ ਜਾਣਗੇ ਉੱਥੇ ਆਉਣ ਤੋਂ, ਉਹਨੇ ਦੀ ਇੱਥੇ ਮਤਲਬ ਕਮੀ ਆਏਗੀ। ਲੇਕਿਨ ਮਹਾ ਪੰਚਾਇਤ ਹੋਣ ਤੋਂ ਬਾਅਦ ਹੋ ਸਕਦਾ ਫਿਰ ਉਸ ਤੋਂ ਜ਼ਿਆਦਾ ਆਉਣ, ਤੇ ਇਹ ਵੀ ਤਾਂ ਗੱਲ ਹੈ ਨਾ, ਦੋਨੇ ਗੱਲਾਂ ਬਰਾਬਰ ਪੈਰਲ ਚੱਲ ਰਹੀਆਂ। ਪੰਜਾਬ ਦੇ ਵਿੱਚ ਤਾਂ ਜ਼ਰੂਰਤ ਹੈ ਹੀ ਨਹੀਂ ਸੀ, ਕਿਉਂਕਿ ਪੰਜਾਬ ਦੇ ਵਿੱਚ ਪੰਜਾਬ ਨੇ ਹੀ ਸਾਰੇ ਦੇਸ਼ ਨੂੰ ਜਗਾਇਆ। ਤਾਂ ਅੱਜ ਤਰਨਤਾਰਨ ਦੇ ਵਿੱਚ ਹੋ ਰਹੀ ਹੈ ਵੱਡਾ ਇਕੱਠ, ਅੱਜ ਕਰਕੇ ਬੈਠੇ ਨੇ ਸਰਵਨ ਸਿੰਘ ਪੰਧੇਰ। ਆਮ ਜਿਹੜੇ ਕਿਸਾਨ ਨੇ, ਜਿਹੜੇ ਜ਼ਮੀਨ ਨਾਲ ਜੁੜੇ ਹੋਏ, ਉਹਨਾਂ ਨੂੰ ਨਹੀਂ ਕੋਈ ਦਿਸਦਾ ਵੀ ਉਹ ਵੱਖਰੇ ਨੇ ਜਾਂ ਉਹਨਾਂ ਨੂੰ ਮਤਲਬ ਹੈ ਕਿ ਕਿਸਾਨੀ ਅੰਦੋਲਨ ਹੈ, ਤਾਂ ਫਿਰ ਅਸਰ ਤਾਂ ਫਿਰ ਪੰਜਾਬ ਦੇ ਵਿੱਚ ਵੀ ਹੋ ਜਾਊਗਾ। ਨਹੀਂ, ਇਹ ਜਿਹੜੀ ਇਹ 100% ਗੱਲ ਹੈ ਕਿ ਪੰਜਾਬ ਦੇ ਵਿੱਚ ਵੀ ਇਹ ਹੋਣਾ, ਇਹ ਮਤਲਬ ਕਿਤੇ ਨਾ ਕਿਤੇ ਅੰਦੋਲਨ ਨੂੰ ਹੁਲਾਰਾ ਤਾਂ ਦੇਵੇਗਾ ਉਹ ਵੀ, ਪਰ ਪੰਜਾਬ ਦੇ ਵਿੱਚ ਜਿੱਥੇ ਪਹਿਲਾਂ ਹੀ ਉਬਾਲਾ ਆਇਆ ਹੋਇਆ ਹੈ ਉੱਥੇ ਹੋਰ ਜ਼ਿਆਦਾ ਅੱਗ ਬਾਲਣ ਦੀ ਲੋੜ ਨਹੀਂ ਹੈ। ਪੰਜਾਬ ਹੈ, ਹਰਿਆਣਾ ਹੈ, ਇੱਥੇ ਪਹਿਲੇ ਲੋਕ ਮਤਲਬ ਬਹੁਤ ਵੱਡੀ ਪੱਧਰ ਤੇ ਜਾਗ ਚੁੱਕੇ ਨੇ। ਅਗਰ ਇਹਨਾਂ ਦੀ ਲੋੜ ਹੈ ਨਾ, ਮੈਂ ਮਹਿਸੂਸ ਕਰਦਾ ਹਾਂ ਇਹਨਾਂ ਦੀ ਜ਼ਿਆਦਾਤਰ ਲੋੜ ਸਾਨੂੰ ਯੂਪੀ, ਮੱਧ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਇਹਨਾਂ ਸਟੇਟਾਂ ਵੱਲ ਨੂੰ ਵਧਣ ਦੀ ਲੋੜ ਹੈ, ਤਾਂ ਕਿ ਸਾਡਾ ਉਧਰੋਂ ਮਤਲਬ ਜਿਹੜੀ ਮੂਵਮੈਂਟ ਅਗਰ ਖੜੀ ਹੁੰਦੀ ਹੈ ਤਾਂ ਉਹਦੇ ਵਿੱਚ ਮਤਲਬ ਸਾਨੂੰ ਜ਼ਿਆਦਾ ਬਲ ਮਿਲਣ ਦੀ ਉਮੀਦ ਹੈ। ਪੰਜਾਬ ਨੂੰ ਤਾਂ ਪਹਿਲੇ ਮੰਨਦੇ ਵੀ ਇਹ ਮੁੱਠੀ ਭਰ ਲੋਕ ਨੇ, ਔਰ ਇੱਥੇ ਅਸੀਂ ਹੋਰ ਵੀ ਜੇਕਰ ਕਿਸਾਨ ਲੈ ਆਵਾਂਗੇ ਤਾਂ ਸਰਕਾਰ ਇਹ ਕਹੂਗੀ ਕਿ ਪੰਜਾਬ ਦੇ ਤਾਂ ਇੱਥੇ ਸਿੱਖ ਹੀ ਬੈਠੇ ਨੇ। ਇਹਦੇ ਵਿੱਚ ਲੋੜ ਹੈ ਅੱਜ ਸਾਡੇ ਮਤਲਬ ਬਾਹਰਲੀਆਂ ਸਟੇਟਾਂ ਵਾਲੇ ਵੱਧ ਤੋਂ ਵੱਧ ਮਤਲਬ ਹਿੰਦੂ ਚਿਹਰਿਆਂ ਦੇ ਇੱਥੇ ਵਿੱਚ ਆ ਕੇ ਬੈਠਣ, ਤਾਂ ਕਿ ਪਤਾ ਲੱਗੇ ਕਿ ਰਲਮਾ ਮਿਲਮਾ ਅੰਦੋਲਨ ਚੱਲ ਰਿਹਾ ਹੈ। ਮਹਾ ਪੰਚਾਇਤਾਂ ਦੇ ਨਾਮ ਤੇ ਹੁਣ ਸਿਆਸਤ ਵੀ ਹੋਣ ਲੱਗ ਗਈ ਹੈ। ਸਿਰਸਾ ਦੇ ਵਿੱਚ ਸ਼ਾਇਦ ਆਮ ਆਦਮੀ ਪਾਰਟੀ ਨੇ ਰੈਲੀ ਜਿਹੜੀ ਹੈ ਮਹਾ ਪੰਚਾਇਤ ਦੇ ਨਾਮ ਤੋਂ ਰੱਖੀ ਹੋਈ ਹੈ। ਪੰਜਾਬ ਦੇ ਵਿੱਚ ਵੀ ਅਨਾਉਂਸਮੈਂਟ ਹੋ ਗਈ ਹੈ ਕਿ ਅਸੀਂ ਮਹਾ ਪੰਚਾਇਤ ਕਿਸਾਨਾਂ ਦੇ ਹੱਕ ਦੇ ਵਿੱਚ ਕਰਾਂਗੇ। ਜੇ ਸਿਆਸੀ ਕੋਈ ਪਾਰਟੀ ਕਰਦੀ ਹੈ ਤਾਂ ਸੁਭਾਵਿਕ ਤੌਰ ਤੇ 2022 ਸਾਹਮਣੇ ਆ ਤੇ ਉਹਨਾਂ ਨੇ ਆਪਣਾ ਫਾਇਦਾ ਲੈਣਾ, ਤਾਂ ਜੇ ਲੀਡਰਾਂ ਨੂੰ ਸੱਦਾ ਦਿੰਦੇ ਆ, ਲੀਡਰ ਜਾਣਗੇ ਉਸ ਮਹਾ ਪੰਚਾਇਤ ਦੇ ਵਿੱਚ। ਲੱਗਦਾਗਾ ਪੋਲੀਟੀਕਲ ਮਹਾ ਪੰਚਾਇਤਾਂ ਦੇ ਵਿੱਚ ਲੀਡਰਸ਼ਿਪ ਨੂੰ ਨਹੀਂ ਜਾਣਾ ਚਾਹੀਦਾ। ਉਹਨਾਂ ਦੇ ਨਿੱਜੀ ਮਫਾਦ ਨੇ, ਉਹ ਆਪਦੀ ਇੱਛਾ ਨਾਲ ਕਰ ਰਹੇ ਨੇ, ਆਪਦੀ ਲੋੜ ਨੂੰ ਕਰ ਰਹੇ ਨੇ। ਤੁਸੀਂ ਪਿੱਛੇ ਦੇਖਿਆ ਹੈ ਕਿ ਮੰਗ ਕੀਤੀ ਗਈ ਜਦੋਂ ਆਹ ਚੁਣਾਵ ਹੋਏ ਨੇ ਪੰਜਾਬ ਦੇ ਵਿੱਚ, ਇਹ ਮੰਗ ਕੀਤੀ ਗਈ ਕਿ ਸਾਨੂੰ ਟਰੈਕਟਰ ਦਾ ਨਿਸ਼ਾਨ ਦਿੱਤਾ ਜਾਏ। ਇਹਦਾ ਮਤਲਬ ਇਹ ਹੈ ਕਿ ਹਰ ਪੋਲੀਟੀਕਲ ਨੂੰ ਇਸ ਵੇਲੇ ਹੋੜ ਲੱਗੀ ਹੋਈ ਹੈ ਕਿ ਕਿਸਾਨ ਅੰਦੋਲਨ ਦੀ ਆੜ ਥੱਲੇ ਲੋਕਾਂ ਨੂੰ ਇਕੱਠੇ ਕਰਕੇ ਲੋਕਾਂ ਨੂੰ ਗੱਲ ਸਮਝਾਉਣ ਦਾ ਯਤਨ ਕੀਤਾ ਜਾ ਰਿਹਾ। ਇਹ ਠੀਕ ਆ, ਹੁੰਦਾ ਹੀ ਹੁੰਦਾ ਹੈ, ਰਾਜਨੀਤੀ ਵੀ ਹਰ ਥਾਂ ਤੇ ਹੁੰਦੀ ਹੈ, ਪਰ ਇੱਥੇ ਸਾਡੇ ਕਿਸਾਨਾਂ ਨੂੰ ਬੜਾ ਸੀਰੀਅਸਲੀ ਸਮਝ ਤੋਂ ਕੰਮ ਲੈਂਦਿਆਂ ਹੋਇਆਂ ਆਪਣੀ ਅੱਖ ਹੈ ਜਿਹੜੀ ਉਹ ਮੱਛੀ ਦੀ ਅੱਖ ਤੇ ਰੱਖਣੀ ਚਾਹੀਦੀ ਹੈ ਸਾਨੂੰ ਟੇਕ ਸਾਡੀ, ਤੇ ਇਹ ਪੋਲੀਟੀਕਲ ਲੋਕਾਂ ਤੋਂ ਸਾਨੂੰ ਮਤਲਬ ਉਮੀਦ ਨਹੀਂ ਰੱਖਣੀ ਦੀ ਲੋੜ ਹੈ। ਕੋਈ ਵੀ ਪਾਰਟੀ ਤੁਹਾਡੇ ਮੋਢੇ ਤੇ ਰੱਖ ਕੇ ਚਲਾ ਦੂਗੀ ਜੀ, ਫਿਰ ਇਦਾਂ ਤਾਂ ਫਿਰ ਕੋਈ ਵੀ ਕਹਿ ਦੂਗਾ ਕਿ ਅਸੀਂ ਮਹਾ ਪੰਚਾਇਤ ਕਰ ਰਹੇ ਹਾਂ, ਕਿਸਾਨਾਂ ਦੇ ਹੱਕ ਦੀ ਗੱਲ ਕਰ ਰਹੇ ਹਾਂ। ਮੈਂ ਇਹੀ ਕਹਿ ਰਿਹਾ ਗੱਲ, ਮੈਂ ਇਹੀ ਕਹਿ ਰਿਹਾ ਕਿ ਉਹ ਕਰ ਰਹੇ ਨੇ, ਉਹਨਾਂ ਨੂੰ ਰੋਕਿਆ ਵੀ ਨਹੀਂ ਜਾ ਸਕਦਾ। ਪੋਲੀਟੀਕਲ ਲੋਕ ਆਪਦੀ ਮਹਾ ਪੰਚਾਇਤ ਕਰ ਸਕਦੇ ਨੇ, ਉਹਨਾਂ ਨੂੰ ਆਪਾਂ ਕਿਵੇਂ ਰੋਕਾਂਗੇ ਵੀ ਤੁਸੀਂ ਕਿਉਂ ਕਰਦੇ ਹੋ। ਲੇਕਿਨ ਇਹ ਜ਼ਰੂਰ ਆ ਗੱਲ ਕਿ ਕਿਸਾਨਾਂ ਨੂੰ ਅਸੀਂ ਅਪੀਲ ਕਰ ਸਕਦੇ ਹਾਂ ਕਿ ਇਹਨਾਂ ਦੀ ਗੱਲ ਦੇ ਉੱਤੇ ਗੌਰ ਕਰੋ, ਇਸ ਗੱਲ ਦੇ ਉੱਤੇ ਘੱਟੋ ਘੱਟ ਕਿ ਤੁਹਾਡਾ ਨਿਸ਼ਾਨਾ 3 ਕਾਨੂੰਨ ਹੋਣੇ ਚਾਹੀਦੇ ਆ। ਅਗਰ ਇਹ ਆਪਦੀ ਉਹਨਾਂ ਮਹਾ ਪੰਚਾਇਤਾਂ ਦੇ ਵਿੱਚ 3 ਕਾਨੂੰਨਾਂ ਦੀ ਗੱਲ ਕਰਦੇ ਤਾਂ ਹੋ ਸਕਦਾ ਠੀਕ ਹੋਵੇ, ਲੇਕਿਨ ਅਗਰ ਰਾਜਨੀਤੀ ਕਰਦੇ ਆ ਤਾਂ ਫਿਰ ਇਹਨੂੰ ਪਛਾਣਨ ਦੀ ਲੋੜ ਹੈ। ਆਉਣ ਵਾਲੇ ਸਮੇਂ ਦੇ ਵਿੱਚ 32 ਕਿਸਾਨ ਜਥੇਬੰਦੀਆਂ ਕਿਸੇ ਪਾਰਟੀ ਨੂੰ ਸਮਰਥਨ ਦੇ ਸਕਦੀਆਂ ਨੇ, ਕਹਿਣ ਕਿ ਸਾਡੀ ਗੱਲ ਤੁਸੀਂ ਜਾ ਕੇ ਸੈਂਟਰ ਜਾਂ ਫਿਰ ਤੁਸੀਂ ਸਾਡੀ ਪੰਜਾਬ ਦੇ ਵਿੱਚ ਲਾਗੂ ਕਰਾਓ। ਨਹੀਂ, ਮੈਂ ਕਿਸੇ 32 ਕਿਸਾਨ ਜਥੇਬੰਦੀਆਂ ਦੀ ਐਡੀ ਛੇਤੀ ਮਤਲਬ ਗੱਲ ਕਰਨੀ ਮੇਰੇ ਵਾਸਤੇ ਵਾਜਬ ਨਹੀਂ ਹੈ। ਤੁਸੀਂ ਆਪਣੀ ਨਿੱਜੀ ਦੱਸ। ਹਾਂ, ਨਿੱਜੀ ਮੈਂ ਇਹ ਕਹੂੰਗਾ ਕਿ ਸਾਡੀ ਜਥੇਬੰਦੀ ਕਿਸੇ ਦੀ ਹਮਾਇਤ ਨਹੀਂ ਕਰੂਗੀ, ਚਾਹੇ ਕੁਝ ਵੀ ਹੋਵੇ। ਅਸੀਂ ਫੈਸਲਾ ਕਰਕੇ ਚੱਲੇ ਹੋਏ ਹਾਂ ਕਿ ਸਾਡੀ ਜਥੇਬੰਦੀ ਦਾ ਇੱਕ ਬੜਾ ਸਖਤ ਸਟੈਂਡ ਰਿਹਾ ਅੱਜ ਤੱਕ ਤੇ ਰਹੇਗਾ ਵੀ, ਕਿ ਨਾ ਅਸੀਂ ਕਿਸੇ ਦਾ ਵਿਰੋਧ ਕਰਦੇ ਹਾਂ ਤੇ ਨਾ ਅਸੀਂ ਕਿਸੇ ਦੀ ਹਮਾਇਤ ਕਰਦੇ ਹਾਂ। ਸਾਡਾ ਮਕਸਦ ਹੈ ਕਿ ਸਿਰਫ ਕਿਸਾਨੀ ਅੰਦੋਲਨ ਨੂੰ ਖੜਾ ਕਰਨਾ, ਕਿਸਾਨੀ ਨੂੰ ਇਕਜੁੱਟ ਕਰਨਾ, ਔਰ ਪੋਲੀਟੀਕਲ ਪਾਰਟੀਆਂ ਦਾ ਸਮਰਥਨ ਕਰਨ ਦੀ ਸਾਡੀ ਕਦੇ ਕੋਈ ਭਾਵਨਾ ਬਣੀ ਨਹੀਂ। ਔਰ ਅਸੀਂ ਤਾਂ ਇੱਥੋਂ ਤੱਕ ਵੀ ਗੱਲ ਲਾਗੂ ਕਰਦੇ ਹਾਂ ਹਰ ਚੋਣਾਂ ਵੇਲੇ ਕਿ ਸਾਡੇ ਬਲਾਕ ਲੈਵਲ ਦਾ ਜਿਹੜਾ ਵੀ ਲੀਡਰਸ਼ਿਪ ਹੈ ਉਹ ਕਿਸੇ ਦੀ ਮਤਲਬ ਸਪੋਰਟ ਨਹੀਂ ਕਰੂਗਾ, ਚਾਹੇ ਉਹਦਾ ਭਰਾ ਵੀ ਇਲੈਕਸ਼ਨ ਕਿਉਂ ਨਾ ਲੜ ਰਿਹਾ ਹੋਵੇ। ਜੇ ਸਪੋਰਟ ਨਹੀਂ ਕਰੋਗੇ ਤਾਂ ਫਿਰ ਦੂਜਾ ਸਵਾਲ ਇਹ ਜੁੜਦਾ ਨਾਲ ਕਿ ਤੁਸੀਂ ਆਪਣੀ ਪਾਰਟੀ ਬਣਾ ਲਓ, ਫਿਰ ਤੁਸੀਂ ਕਿਸਾਨਾਂ ਦੀ ਗੱਲ ਕਰੋ, ਪੰਜਾਬ ਦੀ ਗੱਲ ਕਰੋ। ਮੈਂ ਦੱਸਦਾ, ਪਾਰਟੀ ਬਣਾਇਆ ਨਹੀਂ ਅੰਦੋਲਨ ਮਤਲਬ ਮਸਲੇ ਹੱਲ ਹੁੰਦੇ। ਸਾਡੀ ਜਿਹੜੀ ਭਾਵਨਾ ਇਹ ਹੈ ਕਿ ਸਾਨੂੰ ਪੂਰੇ ਦੇਸ਼ ਲੈਵਲ ਦਾ ਇੱਕ ਬਹੁਤ ਜ਼ਬਰਦਸਤ ਪ੍ਰੈਸ਼ਰ ਗਰੁੱਪ ਬਿਲਟ ਕਰਨ ਦੀ ਲੋੜ ਹੈ। ਅਗਰ ਅਸੀਂ ਪੂਰਾ ਜ਼ਬਰਦਸਤ ਪ੍ਰੈਸ਼ਰ ਗਰੁੱਪ ਬਣਾ ਕੇ, ਅਗਰ ਅਸੀਂ ਇਸ ਗੱਲ ਦੇ ਸਮਰੱਥ ਹੋ ਗਏ ਕਿ ਅਸੀਂ ਜਦੋਂ ਵੀ ਚਾਹੀਏ ਪੂਰੇ ਦੇਸ਼ ਦੇ ਵਿੱਚੋਂ 5 ਲੱਖ ਕਿਸਾਨ ਦਿੱਲੀ ਬਿਠਾ ਸਕਦੇ ਹਾਂ, ਪ੍ਰੈਸ਼ਰ ਗਰੁੱਪ ਸਾਡਾ,
ਤੇ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਬਣਾਉਣ ਦੀ ਕੋਈ ਲੋੜ ਹੈ। ਸਾਡਾ ਪ੍ਰੈਸ਼ਰ ਗਰੁੱਪ ਦਾ ਇੱਕ ਪ੍ਰੈਸ ਕਾਨਫਰੰਸ ਹੋਏਗੀ ਨਾ ਜਿਹੜੀ ਕਿ ਇਸ ਮੁੱਦੇ ਤੇ ਅਸੀਂ ਆ ਰਹੇ ਹਾਂ ਦਿੱਲੀ, ਤਾਂ ਮੈਨੂੰ ਨਹੀਂ ਲੱਗਦਾ ਕਿ ਵੀ ਸਰਕਾਰ ਬਹੁਤਾ ਚਿਰ ਮਤਲਬ ਸਾਡੇ ਨਾਲ ਗਵਾੜੂਗੀ। ਇਸ ਪ੍ਰੈਸ਼ਰ ਦੇ ਵਿੱਚ ਡੱਲੇਵਾਲ ਸਾਹਿਬ ਹਰਿਆਣੇ ਦੀ ਸਰਕਾਰ ਤੇ ਟੁੱਟੀ ਨਹੀਂ, ਇੱਕ ਐਮਐਲਏ ਨੇ ਤਾਂ ਅਸਤੀਫਾ ਨਹੀਂ ਦਿੱਤਾ। ਤੋੜਨ ਦਾ ਗੱਲ ਹੋਰ ਆ ਜਿਹੜੀ ਮੈਂ ਬੇਨਤੀ ਕਰ ਰਿਹਾ। ਪ੍ਰੈਸ਼ਰ ਗਰੁੱਪ ਹੋਣਾ ਜਿੱਥੇ ਇੰਨੀ ਕਰਪਸ਼ਨ ਹੋਵੇ, ਇੰਨੀ ਕਰਪਸ਼ਨ ਦੇ ਸਿਰ ਦੇ ਉੱਤੇ ਜਿਹੜੀ ਸਰਕਾਰ ਖੜੀ ਹੋਵੇ, ਉਹਨਾਂ ਨੂੰ ਸਿਰਫ ਇੱਕੋ ਹੀ ਗੱਲ ਦੀਦੀ ਹੁੰਦੀ ਹੈ ਕਿ ਅਸੀਂ ਮਤਲਬ ਪੈਸਾ ਇਕੱਠਾ ਕਰਨ ਤੇ ਲੱਗੇ ਹੋਏ ਹਾਂ। ਲੇਕਿਨ ਜਿਸ ਪ੍ਰੈਸ਼ਰ ਗਰੁੱਪ ਦੀ ਮੈਂ ਗੱਲ ਕਰ ਰਿਹਾ, ਉਹ ਪ੍ਰੈਸ਼ਰ ਗਰੁੱਪ ਪੂਰੇ ਹਿੰਦੁਸਤਾਨ ਦੇ ਵਿੱਚੋਂ ਖੜਾ ਕਰਨ ਦੀ ਜਿਹੜੀ ਮੈਂ ਬੇਨਤੀ ਕੀਤੀ ਹੈ, ਉਹ ਕਿਤੋਂ ਦੇ ਵੀ ਕਿਸਾਨਾਂ ਦੇ ਨਾਲ ਧੱਕਾ ਹੋਵੇ, ਅਗਰ ਸਾਰੇ ਦੇਸ਼ ਦਾ ਪ੍ਰੈਸ਼ਰ ਗਰੁੱਪ ਉਹਨਾਂ ਕਿਸਾਨਾਂ ਦੇ ਪੱਖ 'ਚ ਖੜਦਾ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਸਰਕਾਰ ਸਾਡੇ ਕਿਸਾਨਾਂ ਨਾਲ ਪੰਗਾ ਲਵੇਗੀ। ਹਰ ਸਰਕਾਰ ਨੂੰ ਕਿਸਾਨਾਂ ਦੀ ਮੰਗ ਮੰਨਣ ਲਈ ਮਜਬੂਰ ਹੋਣਾ ਪਵੇਗਾ। ਆਖਰੀ ਸਵਾਲ ਆ, ਇਸ ਵੇਲੇ ਅੰਦੋਲਨ ਦੀ ਜੋ ਸਥਿਤੀ ਹੈ ਉਹ ਹਾਰ ਵੱਲ ਆ, ਜਿੱਤ ਵੱਲ ਹੈ ਕਿ ਜਾਂ ਖਲੋਤਾ ਪਿਆ? ਨਹੀਂ, ਮੈਨੂੰ ਨਹੀਂ ਲੱਗ ਰਿਹਾ, ਕੋਈ ਤੁਹਾਨੂੰ ਪਤਾ ਨਹੀਂ ਕਿਉਂ ਲੱਗ ਰਿਹਾ ਵੀ ਹਾਰ ਵੱਲ ਹੈ ਜਾਂ ਖਲੋਤਾ ਹੈ। ਇਹ ਖਲੋਤਾ ਨਹੀਂ ਤੇ ਹਾਰ ਵੱਲ ਵਾਲੀ ਤਾਂ ਸੋਚਣ ਦੀ ਵੀ ਲੋੜ ਨਹੀਂ ਹੈ। ਕਿਉਂਕਿ ਸਭ ਤੋਂ ਵੱਡੀ ਗੱਲ ਤਾਂ ਇਹਦੇ 'ਚ ਇਹ ਦੇਖਣ ਵਾਲੀ ਹੈ ਕਿ ਨਰਿੰਦਰ ਤੋਮਰ ਦੇ ਬਿਆਨਾਂ ਨੂੰ ਪੜ੍ਹੋ, ਜਿਹੜੇ ਕਦੇ ਕਹਿੰਦੇ ਸੀ ਵੀ ਇਹ ਮੁੱਠੀ ਭਰ ਲੋਕ ਹੈ, ਉਹਨਾਂ ਦੇ ਮੂੰਹੋਂ ਇਹ ਨਿਕਲ ਜਾਣਾ ਕਿ ਭੀੜਾਂ ਇਕੱਠੀਆਂ ਕਰਕੇ ਕਾਨੂੰਨ ਰੱਦ ਨਹੀਂ ਹੋ ਸਕਦੇ। ਇਹਦਾ ਮਤਲਬ ਭੀੜ ਤੋਂ ਡਰ ਲੱਗਣਾ ਸ਼ੁਰੂ ਹੋਇਆ, ਪਹਿਲੀ ਗੱਲ। ਦੂਸਰੀ ਗੱਲ ਹੈ ਜਿਹੜਾ ਇਹਨਾਂ ਦਾ ਸੰਜੇ ਬਲਿਆਨ ਦਾ ਬਿਆਨ ਹੈ, ਉਹ ਇਹ ਕਹਿ ਰਿਹਾ, ਮੈਂ ਕਿਸੇ ਚੈਨਲ ਤੇ ਉਹਨੀ ਇੰਟਰਵਿਊ ਸੁਣ ਰਿਹਾ ਸੀ ਅੱਜ ਰਾਤ, ਉਹ ਇਹ ਕਹਿ ਰਿਹਾ ਸੀ ਬੰਦਾ ਕਿ ਵੀ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਕਿਸਾਨਾਂ ਨੂੰ ਪੂਰੇ ਸਨਮਾਨ ਦੇ ਨਾਲ ਇਹਨਾਂ ਦਾ ਮਸਲਾ ਹੱਲ ਕਰਕੇ ਇੱਥੋਂ ਵਿਦਾ ਕੀਤਾ ਜਾਏ। ਕਿੱਥੇ ਸ਼ਬਦ ਇਹ ਹੁੰਦੇ ਸੀ ਕਿ ਇਹਨਾਂ ਨੂੰ ਇੱਥੋਂ ਖਦੇੜਿਆ ਜਾਏ, ਤੇ ਕਿੱਥੇ ਇਹ ਸ਼ਬਦ ਆਉਣੇ ਸ਼ੁਰੂ ਹੋਏ ਹੈ ਕਿ ਕਿਸਾਨਾਂ ਨੂੰ ਪੂਰੇ ਸਨਮਾਨ ਦੇ ਨਾਲ ਇਹਨਾਂ ਦਾ ਮਸਲਾ ਹੱਲ ਕਰਕੇ ਇੱਥੋਂ ਵਿਦਾ ਕੀਤਾ ਜਾਏ। ਤੇ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਸਰਕਾਰ ਨੂੰ ਇਸ ਚੀਜ਼ ਦਾ ਦਬਾਅ ਮੰਨ ਚੁੱਕੀ ਹੈ ਸਰਕਾਰ ਇਹਨਾਂ ਭੀੜਾਂ ਦਾ, ਇਹਨਾਂ ਇਕੱਠਾਂ ਦਾ, ਔਰ ਸਰਕਾਰ ਦੇ ਵਿਚਲੇ ਲੋਕ ਕਿਸਾਨਾਂ ਦੀ ਬੋਲੀ ਬੋਲਣੀ ਸ਼ੁਰੂ ਕਰਦੇ ਜਾ ਰਹੇ ਨੇ। ਤੇ ਜਿੰਨੀ ਕਿਸਾਨਾਂ ਦੇ ਪੱਖ 'ਚ ਬੋਲੀ ਉੱਥੇ ਬੋਲਣੀ ਆਵਾਜ਼ ਉੱਠਣ ਨੂੰ ਸ਼ੁਰੂ ਹੋਊਗੀ, ਉਨੀ ਛੇਤੀ ਸਾਡੇ ਮਸਲੇ ਦਾ ਹੱਲ ਹੋਏਗਾ। ਸੋ ਇਸ ਕਰਕੇ ਕਦਮ ਦਰ ਕਦਮ ਅਸੀਂ ਜਿੱਤ ਵੱਲ ਨੂੰ ਵਧ ਰਹੇ ਹਾਂ, ਕੋਈ ਇਹੋ ਜਿਹੀ ਗੱਲ ਨਹੀਂ। ਸਾਲ ਡੇਢ ਸਾਲ ਵਾਲੀ ਪ੍ਰਪੋਜ਼ਲ ਦੇ ਉੱਪਰ ਚਰਚਾ ਹੋ ਸਕਦੀ ਹੈ? ਨਹੀਂ, ਇਹ ਜਿਹੜੀ ਚਰਚਾ ਕਰਨ ਦੀ ਉਹ ਤੇ ਲੋੜ ਹੀ ਕੀ ਹੈ, ਜਿਹੜੀ ਗੱਲ ਨੂੰ ਪਹਿਲੇ ਕਿਸਾਨ ਰਿਜੈਕਟ ਕਰ ਚੁੱਕੇ ਨੇ। ਚਰਚਾ ਦੀ ਤਾਂ ਗੱਲ ਆ ਗਈ ਹੈ ਜੇਕਰ ਗੱਲ ਕੋਈ ਨਵੀਂ ਆਈ ਹੋਵੇ ਤਾਂ। ਇਹ ਪ੍ਰਪੋਜ਼ਲ ਆਈ, ਇਹ ਪ੍ਰਪੋਜ਼ਲ ਲੋਕਾਂ ਨੇ ਰਿਜੈਕਟ ਕਰਤੀ, ਹੁਣ ਦੁਬਾਰਾ ਉਹਦੇ ਤੇ ਚਰਚਾ ਦਾ ਕੀ ਤੋਕਾ? ਮੈਨੂੰ ਨਹੀਂ ਲੱਗਦਾ ਗਾ ਇਹ ਤੇ ਕੋਈ ਚਰਚਾ ਦੀ ਲੋੜ ਹੈ। ਔਰ ਸਰਕਾਰ ਨੇ ਅਗਰ ਕਿਸਾਨਾਂ ਨਾਲ ਗੱਲ ਕਰਨੀ ਹੈ ਤੇ ਇਹ ਤੋਂ ਵੱਧ ਕੇ ਅੱਗੇ ਕਦਮ ਚੱਕੇ। ਕੀ ਕਦਮ ਚੱਕਦੀ ਹੈ? ਔਰ ਪ੍ਰਪੋਜ਼ਲ ਵੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਰਕਾਰ ਸਾਨੂੰ ਕੀ ਦਿੰਦੀ ਹੈ। ਜੋ ਅਸੀਂ ਤਾਂ ਕਾਨੂੰਨ ਰੱਦ ਤੋਂ ਬਗੈਰ ਸਾਡਾ ਤਾਂ ਸਰਨਾ ਹੀ ਨਹੀਂ, ਅਸੀਂ ਪ੍ਰਪੋਜ਼ਲ ਕੀ ਭੇਜਾਂਗੇ? ਇਹ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕਾਨੂੰਨਾਂ ਨੂੰ ਸਸਪੈਂਡ ਕਰਨ ਤੋਂ ਅੱਗੇ ਵੱਧ ਕੇ ਕੀ ਕਹਿੰਦੀ ਹੈ ਸਰਕਾਰ ਸਾਨੂੰ, ਉਹਦੇ ਤੇ ਸਰਕਾਰ ਪ੍ਰਪੋਜ਼ਲ ਭੇਜੇ, ਉਹਦੇ ਤੇ ਅਸੀਂ ਗੱਲਬਾਤ ਕਰ ਸਕਦੇ ਹਾਂ। ਵਰਨਾ ਮਤਲਬ 1.5 ਸਾਲ ਵਾਲੀ ਪ੍ਰਪੋਜ਼ਲ ਦੀ ਕੋਈ ਤੁਕ ਨਹੀਂ ਬਣਦੀ। ਧੰਨਵਾਦ ਡੱਲੇਵਾਲ ਸਾਹਿਬ। ਸੋ ਨਰਿੰਦਰ ਤੋਮਰ ਹੋਣਾ ਦਾ ਬਿਆਨ ਸੀ ਕਿ ਸਾਲ ਡੇਢ ਸਾਲ ਵਾਲੀ ਪ੍ਰਪੋਜ਼ਲ ਦੇ ਉੱਪਰ ਚਰਚਾ ਦੁਬਾਰਾ ਕਰ ਸਕਦੇ ਹਾਂ, ਪਰ ਕਿਸਾਨ ਲੀਡਰ ਨੇ ਕਲੀਅਰ ਕਰ ਦਿੱਤਾ ਕਿ ਜਿਹੜੀ ਪ੍ਰਪੋਜ਼ਲ ਪਹਿਲਾਂ ਦਿੱਤੀ ਸੀ ਅਸੀਂ ਉਸ ਨੂੰ ਮੁੱਢੋਂ ਹੀ ਰੱਦ ਕਰ ਚੁੱਕੇ ਹਾਂ। ਕੋਈ ਨਵੀਂ ਪ੍ਰਪੋਜ਼ਲ, ਕੋਈ ਨਵਾਂ ਸੱਦਾ ਭੇਜੇ ਸਰਕਾਰ ਤੇ ਅਸੀਂ ਪਿੱਛੇ ਨਹੀਂ ਹਟਾਂਗੇ, ਜ਼ਰੂਰ ਉਸ ਦੇ ਉੱਪਰ ਵਿਚਾਰ ਕਰਾਂਗੇ। ਕੈਮਰਾਮੈਨ ਸੰਦੀਪ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਸਿੰਘੂ ਬਾਰਡਰ।